कल ਆਪਾਂ ਟੌਪਿਕ ਕਰ ਰਹੇ ਸੀ ਐਗਰੀਗੇਟ ਪਲੈਨਿੰਗ ਵਾਲਾ। ਉਹਦੇ ਵਿੱਚ ਆਪਣੀ ਸਟ੍ਰੈਟਜੀ ਹੋ ਗਈ ਸੀ ਐਗਰੀਗੇਟ ਪਲੈਨਿੰਗ ਦੀ। ਨੈਕਸਟ ਉਹਦੇ ਵਿੱਚ ਛੋਟਾ ਜਿਹਾ ਟੌਪਿਕ ਹੈਗਾ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ। ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਹੋ ਗਿਆ, ਮੰਨ ਲਓ ਕੰਪਨੀ ਕਿਸੇ ਪ੍ਰੋਡਕਸ਼ਨ ਚੱਲ ਰਹੀ ਹੈਗੀ ਹੈ, ਉੱਥੇ ਜਦੋਂ ਸਿਰਫ ਇੱਕ ਟਾਈਮ 'ਤੇ ਸਿਰਫ ਇੱਕ ਹੀ ਟਾਈਪ ਦਾ ਪ੍ਰੋਡਕਸ਼ਨ ਕਰਿਆ ਜਾਵੇ ਜਾਂ ਫਿਰ ਕੋਈ ਸਾਡਾ ਸਪੈਸ਼ਲ ਆਰਡਰ ਆ ਜਾਵੇ, ਉਹਦੇ ਲਈ ਜਦੋਂ ਸਪੈਸ਼ਲ ਪਲੈਨਿੰਗ ਕਰੀ ਜਾਂਦੇ ਉਹਨੂੰ ਅਸੀਂ ਕਹਿੰਦੇ ਹੈਗੇ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ। ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਦਾ ਫੰਕਸ਼ਨ ਆ ਲਿਖਿਆ ਹੈਗਾ ਕਿ ਜਿਹੜਾ ਸਾਡਾ ਲਾਰਜ ਨੰਬਰ ਆਫ ਰੋਡ ਪਲਾਨ ਹੁੰਦੇ ਨੇ ਉਹਨੂੰ ਅਸੀਂ ਪ੍ਰੀਸਾਈਜ਼ ਫਾਰਮੂਲੇ ਦੇ ਵਿੱਚ ਲੈ ਕੇ ਆਈ, ਮੀਨ ਛੋਟਾ ਕਰਕੇ ਲੈ ਕੇ ਆਈਏ। ਸਾਡੇ ਲੌਂਗ ਟਰਮ ਜਿਹੜੇ ਪਲਾਨ ਨੇ ਹੁਣ ਜਦੋਂ ਛੋਟੇ ਕਰੇ ਜਾਂਦੇ ਉਹਨੂੰ ਅਸੀਂ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਕਹਿੰਦੇ ਹੈਗੇ ਆ। ਅਲਟਰਨੇਟਿਵ ਸ਼ੈਡਿਊਲਸ ਆਰ ਆਲਵੇਜ਼ ਅਵੇਲੇਬਲ। ਜਦੋਂ ਵੀ ਤੁਸੀਂ ਕਹਿੰਦੇ ਇੱਦਾਂ ਦਾ ਕੋਈ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਕਰੋਗੇ, ਤੁਹਾਡੇ ਕੋਲ ਜਿੰਨੇ ਵੀ ਅਲਟਰਨੇਟਿਵਸ ਪਹਿਲਾਂ ਤੋਂ ਹੋਣਗੇ ਉਹਨਾਂ ਸਾਰਿਆਂ ਨੂੰ ਚੈੱਕ ਕਰਿਆ ਜਾਊਗਾ। ਅਲਟਰਨੇਟਿਵ ਚੈੱਕ ਕਰਨ ਤੋਂ ਬਾਅਦ ਹੀ ਅਸੀਂ ਦੇਖਾਂਗੇ ਕਿ ਸਾਨੂੰ ਕਿੰਨੇ ਮਟੀਰੀਅਲ ਦੀ ਰਿਕੁਆਇਰਮੈਂਟ ਹੈਗੀ ਹੈ। ਉਸ ਮਟੀਰੀਅਲ ਦੀ ਰਿਕੁਆਇਰਮੈਂਟ ਬੇਸ 'ਤੇ ਅਸੀਂ ਇਹ ਵੀ ਨਾਲ ਚੈੱਕ ਕਰਾਂਗੇ ਕਿ ਸਾਨੂੰ ਕਿੰਨੀ ਕਪੈਸਿਟੀ ਦੀ ਰਿਕੁਆਇਰਮੈਂਟ ਹੈ। ਕਪੈਸਿਟੀ ਹੋ ਗਿਆ ਮੀਨ ਸਾਨੂੰ ਕਿੰਨੇ ਮਸ਼ੀਨਸ ਦੀ ਲੋੜ ਹੈ, ਕਿੰਨੀ ਪਾਵਰਸ, ਕਿੰਨੀ ਲੇਬਰ ਦੀ ਲੋੜ ਹੈ, ਉਹ ਵੀ ਅਸੀਂ ਨਾਲ ਹੀ ਚੈੱਕ ਕਰ ਲਾਂਗੇ। ਉਸ ਤੋਂ ਬਾਅਦ ਦੇਖਾਂਗੇ ਕਿ ਪੂਰੇ ਦੇ ਕੰਮ ਦੇ ਉੱਪਰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ, ਕੌਣ ਬੰਦਾ ਕਿਹਨੂੰ ਰਿਪੋਰਟ ਕਰੂਗਾ ਜਾਂ ਕਿਹਨੂੰ ਅਥਾਰਟੀ ਦਈਏ, ਕਿਹਨੂੰ ਰਿਸਪੌਂਸਿਬਿਲਿਟੀ ਦਈਏ। ਲਾਸਟ ਦੇ ਵਿੱਚ ਹੋਊਗਾ ਕਿ ਇਫੈਕਟਿਵ ਕਪੈਸਿਟੀ ਯੂਜ਼। ਤੁਸੀਂ ਡਿਸਾਈਡ ਕਰ ਲਿਆ ਕਿੰਨੇ ਮਟੀਰੀਅਲ ਦੀ ਲੋੜ ਹੈ, ਕਿੰਨੀ ਮਸ਼ੀਨਸ ਜਾਂ ਪਾਵਰਸ ਦੀ ਲੋੜ ਹੈਗੀ ਹੈ, ਫਿਰ ਅਸੀਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਔਰ ਆਪਣੇ ਪਲਾਨ ਨੂੰ ਕਿੱਦਾਂ ਇੰਪਲੀਮੈਂਟ ਕਰ ਸਕਦੇ ਹਾਂ। ਆਫਟਰ ਇੰਪਲੀਮੈਂਟਿੰਗ ਤੁਸੀਂ ਆਪਣਾ ਮਾਸਟਰ ਪਲਾਨ ਜੋ ਹੈ ਕੰਪਲੀਟ ਕਰ ਲਓ। ਮਾਸਟਰ ਪਲਾਨ ਕੰਪਲੀਟ ਕਰਨ ਦੇ ਵਿੱਚ ਇਹਨਾਂ ਨੇ ਕੁਛ ਨੀਚੇ ਦਿਖਾਇਆ ਵੀ ਹੈਗਾ, ਕੁਛ ਫਾਰਮੂਲਾ ਦਿਖਾਇਆ ਕਹਿੰਦਾ ਹੁੰਦਾ ਤਾਂ ਬਿਲਕੁਲ ਐਗਰੀਗੇਟ ਪਲੈਨਿੰਗ ਹੀ ਹੈ। ਪ੍ਰੋਪਰ ਪ੍ਰੋਡਕਸ਼ਨ ਚੱਲ ਰਹੀ ਹੋਊਗੀ, ਉਹਦੇ ਵਿੱਚ ਕੁਛ ਪ੍ਰੋਡਕਸ਼ਨ ਨੂੰ ਸਪੈਸ਼ਲ ਆਰਡਰ ਆਇਆ ਉਹਨੂੰ ਅਸੀਂ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਹੀ ਕਹਾਂਗੇ। ਡਿਫਰੈਂਟ ਏਰੀਆ ਦੇ ਵਿੱਚ ਸਾਨੂੰ ਕੰਮ ਕਰਨਾ ਪੈਂਦਾ ਹੈਗਾ। ਫਿਰ ਹੈਗਾ ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ। ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ ਕਿਉਂ ਹੁੰਦੀ ਹੈ? ਅਗਰ ਕੰਪਨੀ ਕੋਈ ਵੀ ਮਟੀਰੀਅਲ ਰਿਕੁਆਇਰਮੈਂਟ ਚੈੱਕ ਕਰੂਗੀ ਨਹੀਂ, MRP ਸਿਸਟਮ ਨਹੀਂ ਦੇ ਕੇ ਚੱਲੂਗੀ, ਤਾਂ ਮੇ ਵੀ ਉਹਨਾਂ ਕੋਲ ਮਟੀਰੀਅਲ ਕਾਫੀ ਜ਼ਿਆਦਾ ਹੋ ਸਕਦਾ ਕਿ ਚੱਲਦਾ ਪ੍ਰੋਡਕਸ਼ਨ ਰੁਕ ਜਾਵੇ, ਲਗਾਤਾਰ ਪ੍ਰੋਡਕਸ਼ਨ ਫਲੋ ਦੇ ਵਿੱਚ ਚੱਲਦਾ ਰਹੇ। ਇਸ ਲਈ ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ ਹੋਣੀ ਜ਼ਰੂਰੀ ਹੈ। ਜਦੋਂ ਵੀ ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ ਹੋਊਗੀ, ਕੁਝ ਪੁਆਇੰਟਸ ਸਾਡੇ ਮਾਈਂਡ ਦੇ ਵਿੱਚ ਆਉਣਗੇ। ਸਭ ਤੋਂ ਪਹਿਲਾਂ ਕਿ ਵਾਟ ਇਜ਼ ਐਗਜ਼ੈਕਟਲੀ ਰਿਕੁਆਇਰਡ, ਸਾਨੂੰ ਕਿੰਨੇ ਪ੍ਰਕਾਰ ਦਾ ਕਿਹੜਾ ਮਟੀਰੀਅਲ ਐਗਜ਼ੈਕਟਲੀ ਬੇਸ 'ਤੇ ਚਾਹੀਦਾ ਹੈਗਾ, ਕਿੰਨੀ ਕੁ ਅਮਾਊਂਟ ਉਸ ਦੇ ਉੱਪਰ ਇਨਵੈਸਟਮੈਂਟ ਹੋਊਗੀ, ਉਹ ਕਿੰਨੀ ਸਾਨੂੰ ਚਾਹੀਦੀ ਹੈਗੀ ਹੈ, ਔਰ ਕਦੋਂ ਚਾਹੀਦੀ ਹੈ। ਜਦੋਂ ਤੁਸੀਂ ਮਾਸਟਰ ਪਲੈਨਿੰਗ ਕਰੋਗੇ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਊਗਾ ਕਿ ਸਾਨੂੰ ਇਹ ਆਰਡਰ ਸਾਡੇ ਕੋਲ ਆਏ ਹੋਏ ਨੇ, ਸਾਨੂੰ ਇਸ ਚੀਜ਼ ਦਾ ਆਰਡਰ ਮਟੀਰੀਅਲ ਚਾਹੀਦਾ ਹੈ। ਅਗਰ ਇਹ ਪਲੈਨਿੰਗ ਕੋਈ ਵੀ ਕੰਪਨੀ ਨਹੀਂ ਕਰਦੀ ਤਾਂ ਤੁਹਾਡੀ ਚੱਲਦੀ ਹੋਈ ਪਲੈਨਿੰਗ ਜੋ ਹੈ ਐਗਰੀਗੇਟ ਪਲੈਨਿੰਗ ਹੈ ਉਹ ਵੀ ਤੁਹਾਡੀ ਸਟਾਪ ਹੋਊਗੀ, ਮਾਸਟਰ ਪਲਾਨ ਵੀ ਫੇਲ ਹੋਣਗੇ। ਕੋਈ ਵੀ ਕੰਪਨੀ ਜਦੋਂ ਵੀ ਇਸ ਬੇਸ 'ਤੇ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਕੁਛ ਨਾ ਕੁਛ ਬੇਸ ਆਪਣੇ ਲੈ ਕੇ ਚੱਲਣੇ ਪੈਂਦੇ ਨੇ। ਕੁਛ ਇਹਨਾਂ ਨੇ ਟਾਈਪਸ ਵੀ ਲਿਖੇ ਨੇ ਕਿ ਤੁਸੀਂ ਕਹਿੰਦਾ ਕਿੱਦਾਂ ਸੈਟਅਪ ਕਰ ਸਕਦੇ ਹੋ ਮਟੀਰੀਅਲ ਪਲੈਨਿੰਗ। ਇੱਕ ਤਾਂ ਹੋਊਗਾ ਕਹਿੰਦਾ ਤੁਸੀਂ ਮਟੀਰੀਅਲ ਪ੍ਰੋਡਕਸ਼ਨ ਸ਼ੈਡਿਊਲ ਸੈਟਅਪ ਕਰ ਸਕਦੇ ਹੋ, ਜਿਹਨੂੰ ਅਸੀਂ ਮਾਸਟਰ ਪ੍ਰੋਡਕਸ਼ਨ ਸ਼ੈਡਿਊਲ ਕਹਾਂਗੇ। ਉਹ ਚੈੱਕ ਕਰ ਲਓ ਵੀ ਜਦੋਂ ਤੁਹਾਨੂੰ ਲੋੜ ਹੈਗੀ ਹੈ। ਉਸ ਤੋਂ ਬਾਅਦ ਤੁਹਾਡਾ ਇਨਵੈਂਟਰੀ ਸਟੇਟਸ, ਤੁਸੀਂ ਆਪਣੀ ਕੰਪਨੀ ਦੇ ਵਿੱਚ ਰॉ ਮਟੀਰੀਅਲ ਦੀ ਇਨਵੈਂਟਰੀ ਕਿਸ ਤਰ੍ਹਾਂ ਕਰ ਰਹੇ ਹੈਗੇ ਹੋ। ਅਗਰ ਤੁਹਾਡੇ ਕੋਲ ਉਹਦਾ ਪ੍ਰੋਪਰ ਰਿਕਾਰਡ ਹੋਊਗਾ ਤਾਂ ਤੁਹਾਨੂੰ ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ ਬਾਰੇ ਆਟੋਮੈਟਿਕ ਪਤਾ ਲੱਗ ਜਾਊਗਾ। ਫਿਰ ਹੋਊਗਾ ਬਿਲਸ ਆਫ ਮਟੀਰੀਅਲ। ਅਗਰ ਤੁਹਾਡੇ ਕੋਲ ਮਟੀਰੀਅਲ ਇਨਵੈਂਟਰੀ ਵੀ ਨਹੀਂ ਹੈ, ਤੁਸੀਂ ਬਿਲਸ ਆਫ ਮਟੀਰੀਅਲ ਦੇਖ ਸਕਦੇ ਹੋ ਵੀ ਤੁਹਾਡੇ ਕੋਲ ਕਿੰਨਾ ਸਮਾਨ ਆਇਆ ਹੋਇਆ ਸੀਗਾ। ਉਸ ਦੇ ਅਕੋਰਡਿੰਗ ਤੁਹਾਨੂੰ ਇਹਨਾਂ ਦਾ ਅੰਦਾਜ਼ਾ ਹੋ ਹੀ ਜਾਂਦਾ ਹੈਗਾ ਕਿ ਅਸੀਂ ਇਹਦੀ ਪ੍ਰੋਡਕਸ਼ਨ ਕਰ ਚੁੱਕੇ ਹਾਂ ਔਰ ਇਹ ਸਾਡੇ ਕੋਲ ਮਟੀਰੀਅਲ ਪਿਆ ਹੈਗਾ। ਉਸ ਬੇਸ 'ਤੇ ਤੁਸੀਂ ਆਪਣਾ ਕੰਮ ਕਹਿੰਦਾ ਕੰਪਲੀਟ ਕਰ ਸਕਦੇ ਹੋ। ਮਟੀਰੀਅਲ ਰਿਕੁਆਇਰਮੈਂਟ ਪਲੈਨਿੰਗ ਅੱਗੇ ਇਹਨਾਂ ਨੇ 2 ਪੁਆਇੰਟ ਵੀ ਲਿਖੇ, ਸੇਮ ਉਹੀ ਹੈ। ਸਿੰਗਲ ਪਲਾਨ 1 ਵੀ ਲਿਖਿਆ, ਪਲਾਨ 2 ਵੀ ਲਿਖਿਆ। ਕੋਈ ਬੇਸ ਹੀ ਹੈ ਕਹਿੰਦਾ ਕੰਪਨੀ ਜਿਸ ਹਿਸਾਬ ਨਾਲ ਆਪਣਾ ਸੈਟਅਪ ਹੋਏਗੀ ਉਸ ਦੇ ਅਕੋਰਡਿੰਗ ਹੈ। ਮਟੀਰੀਅਲ ਪਲੈਨਿੰਗ ਦੇ ਉੱਪਰ ਹੀ ਤੁਹਾਡਾ ਅੱਗੇ ਹੀ ਇੱਕ ਟੌਪਿਕ ਨਾਲ ਆਉਂਦਾ ਹੈਗਾ ਜਿਹੜਾ ਸਟਾਰਟ ਹੋਊਗਾ ਇਨਵੈਂਟਰੀ ਵਾਲਾ, ਕਿਉਂਕਿ ਇਸ ਟੌਪਿਕ ਦੇ ਵਿੱਚ ਇੰਨਾ ਜ਼ਿਆਦਾ ਕੋਈ ਡੀਪਲੀ ਨਹੀਂ ਹੈ, ਉਹੀ ਚੀਜ਼ਾਂ ਵਾਰ ਘੁਮਾ ਕੇ ਲਿਖੀਆਂ ਹੋਈਆਂ। ਨੈਕਸਟ ਟੌਪਿਕ ਆਪਾਂ ਕਰਦੇ ਹਾਂ ਇਨਵੈਂਟਰੀ ਮੈਨੇਜਮੈਂਟ। ਇਨਵੈਂਟਰੀ ਸਾਨੂੰ ਪਤਾ ਹੀ ਹੈ ਕੰਪਨੀਆਂ ਦੇ ਵਿੱਚ ਰॉ ਮਟੀਰੀਅਲ ਦੀ ਮੋਸਟਲੀ ਇਨਵੈਂਟਰੀ ਹੁੰਦੀ ਹੈਗੀ। ਇਨਵੈਂਟਰੀ ਕਿਸੇ ਵੀ ਕੰਪਨੀ ਦੇ ਵਿੱਚ ਸਪੈਸ਼ਲੀ ਐਕਸਟਰਾ ਹੀ ਕੋਸਟ ਹੁੰਦੀ। ਜਦੋਂ ਕੋਈ ਕੰਪਨੀ ਕਰਦੀ ਹੈ ਤਾਂ ਇਨਵੈਂਟਰੀ ਉਹਨਾਂ ਨੂੰ ਲਗਭਗ ਪੇ ਕਰਨਾ ਹੀ ਪੈਂਦਾ ਹੈਗਾ। ਮਟੀਰੀਅਲ ਦੀ ਇਨਵੈਂਟਰੀ ਕਿਸੇ ਵੀ ਕੰਪਨੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ। ਕੋਈ ਵੀ ਕੰਪਨੀ ਅਗਰ ਇਨਵੈਂਟਰੀ ਨਹੀਂ ਕਰੂਗੀ ਤਾਂ ਮੇ ਵੀ ਉਹਨਾਂ ਦਾ ਪੈਸਾ ਜੋ ਹੈ ਬਲੋਕ ਐਸੈਟ ਦੇ ਵਿੱਚ ਜਾਂਦਾ ਚਲਾ ਜਾਊਗਾ, ਕਿਉਂਕਿ ਇਸ ਚੀਜ਼ ਦਾ ਪ੍ਰੋਪਰ ਰਿਕਾਰਡ ਹੋਣਾ ਜ਼ਰੂਰੀ ਹੈ। ਜਦੋਂ ਵੀ ਕੋਈ ਕੰਪਨੀ ਇਨਵੈਂਟਰੀ ਕਰਦੀ ਹੈ ਉਹਨਾਂ ਨੂੰ ਡਿਫਰੈਂਟ ਟਾਈਪ ਦੀ ਕੋਸਟ ਪੈਂਦੀਆਂ ਹੈਗੀਆਂ ਨੇ। ਸਭ ਤੋਂ ਪਹਿਲਾਂ ਅਸੀਂ ਕਹੀਏ ਵੀ ਕੈਰਿੰਗ ਕੋਸਟ। ਮੇ ਵੀ ਜਦੋਂ ਤੁਸੀਂ ਇਨਵੈਂਟਰੀ ਕਰ ਰਹੇ ਹੋ ਤਾਂ ਤੁਹਾਨੂੰ ਇਨਵੈਂਟਰੀ ਕਰਨ ਦੇ ਲਈ ਜਿੰਨੇ ਪਰਸਨ ਦੀ ਲੋੜ ਹੋਊਗੀ ਉਹਦੀ ਜਿਹੜੀ ਕੋਸਟ ਹੈ ਉਹ ਕੋਸਟ ਪੈਂਦੀ ਹੈ। ਉਸ ਤੋਂ ਬਾਅਦ ਹੈਗੀ ਹੈ ਸਟੋਰੇਜ ਕੋਸਟ। ਜਿਹੜਾ ਰॉ ਮਟੀਰੀਅਲ ਤੁਸੀਂ ਲੈ ਕੇ ਆਓਗੇ ਉਹਨੂੰ ਸਟੋਰੇਜ ਕਰਕੇ ਰੱਖਣ ਲਈ ਤੁਹਾਨੂੰ ਉਹਦੀ ਕੋਸਟ ਪੈਂਦੀ ਹੈਗੀ ਹੈ। ਤਾਂ ਇਸ ਤੋਂ ਕੋਈ ਵੀ ਕੰਪਨੀ ਹੈ ਹਮੇਸ਼ਾ ਆਪਣੇ ਪ੍ਰੋਡਕਟਿਵਿਟੀ ਨੂੰ ਸਟੇਬਲ ਰੱਖਣ ਲਈ ਇਨਵੈਂਟਰੀ ਆਲਵੇਜ਼ ਕਰਦੀ ਹੈ, ਕਿਉਂਕਿ ਅਗਰ ਪ੍ਰੋਪਰ ਰਿਕਾਰਡ ਹੋਊਗਾ ਰॉ ਮਟੀਰੀਅਲ ਦਾ ਤਾਂ ਪ੍ਰੋਡਕਸ਼ਨ ਕਦੀ ਵੀ ਸਟਾਪ ਨਹੀਂ ਹੋਊਗਾ। ਅਗਰ ਪ੍ਰੋਪਰ ਰਿਕਾਰਡ ਹੀ ਨਹੀਂ ਹੈ ਤਾਂ ਪ੍ਰੋਡਕਸ਼ਨ ਕਿਸੇ ਵੀ ਟਾਈਮ 'ਤੇ ਐਮਰਜੈਂਸੀ ਬੇਸ 'ਤੇ ਵੀ ਸਟਾਪ ਹੋ ਸਕਦਾ ਹੈਗਾ। ਦੂਸਰਾ ਸਾਡੇ ਕੋਲ ਕਹਿੰਦਾ ਪ੍ਰਾਈਸ ਬੇਸ 'ਤੇ ਡਿਸਕਾਊਂਟ ਸਾਨੂੰ ਮਿਲ ਸਕਣ, ਇਸ ਲਈ ਵੀ ਇਨਵੈਂਟਰੀ ਕੰਪਨੀ ਕਰਦੀ ਹੈ। ਅਗਰ ਉਹਨਾਂ ਕੋਲ ਰਿਕਾਰਡ ਹੋਊਗਾ, ਕੰਪਨੀ ਲੱਗਦਾ ਕਿ ਇਸ ਟਾਈਮ 'ਤੇ ਜ਼ਿਆਦਾ ਸਮਾਨ ਖਰੀਦਣ ਦਾ ਸਾਨੂੰ ਡਿਸਕਾਊਂਟ ਮਿਲ ਰਿਹਾ ਹੈ,
ਅਗਰ ਸਾਡੇ ਕੋਲ ਸਮਾਨ ਘੱਟ ਹੈ ਤਾਂ ਅਸੀਂ ਜ਼ਿਆਦਾ ਸਮਾਨ ਵੀ ਇੱਕ ਟਾਈਮ 'ਤੇ ਖਰੀਦ ਸਕਦੇ ਹਾਂ। ਅਗਰ ਰਿਕਾਰਡ ਹੈ ਨਹੀਂ, ਮੇ ਵੀ ਸਾਨੂੰ ਬਲਕ ਆਰਡਰ ਖਰੀਦਣੇ ਪੈਣਗੇ, ਸਾਡੇ ਕੋਲ ਜ਼ਿਆਦਾ ਸਮਾਨ ਅੰਦਰ ਚਲਾ ਜਾਊਗਾ। ਸੈਟਿਸਫਾਈਡ ਡਿਮਾਂਡ ਡਿਊਰਿੰਗ ਦੀ ਰਿਪਲੇਸਮੈਂਟ ਪੀਰੀਅਡਸ, ਜਿਹੜੀ ਸਾਡੀ ਕੋਈ ਇੱਦਾਂ ਦਾ ਟਾਈਮ ਪੀਰੀਅਡ ਆ ਜਾਵੇ ਜਿਸ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਮਾਰਕੀਟ ਦੇ ਵਿੱਚੋਂ ਸਮਾਨ ਨਾ ਮਿਲੇ, ਜਾਂ ਕਈ ਵਾਰ ਸੀਜ਼ਨਲ ਬੇਸ 'ਤੇ ਕੰਮ ਹੁੰਦਾ ਹੈ, ਸੀਜ਼ਨਲ ਬੇਸ 'ਤੇ ਸਾਨੂੰ ਸਮਾਨ ਨਾ ਮਿਲੇ, ਤਾਂ ਜਿਹੜੀ ਡਿਮਾਂਡ ਆ ਉਹਨੂੰ ਤਾਂ ਕੰਪਲੀਟ ਕਰਨਾ ਹੀ ਪੈਣਾ। ਕੰਪਨੀ ਕਹਿੰਦੀ ਡਿਮਾਂਡ ਟਾਈਮ ਨਾਲ ਕੰਪਲੀਟ ਹੁੰਦੀ ਚਲੀ ਜਾਵੇ, ਇਸ ਲਈ ਵੀ ਇਨਵੈਂਟਰੀ ਹੋਣਾ ਜ਼ਰੂਰੀ ਹੈ। ਅਡੋਪਟ ਏ ਚੇਂਜਿੰਗ ਮਾਰਕੀਟ ਕੰਡੀਸ਼ਨ, ਮਾਰਕੀਟ 'ਚ ਕਦੀ ਵੀ ਕੰਡੀਸ਼ਨ ਚੇਂਜ ਹੋ ਸਕਦੀਆਂ ਨੇ, ਹੋ ਸਕਦਾ ਕੀਮਤਾਂ ਕਦੀ ਵੱਧ ਜਾਣ, ਕਦੀ ਘਟ ਜਾਣ, ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਡੀਲ ਕਰਨ ਲਈ ਵੀ ਕੰਪਨੀ ਦੇ ਵਿੱਚ ਇਨਵੈਂਟਰੀ ਹੋਣਾ ਜ਼ਰੂਰੀ ਹੈ। ਹਰ ਕੋਈ ਕੰਪਨੀ ਸਟਾਕ ਇਨਵੈਂਟਰੀ ਜੋ ਹੈ ਡਿਫਰੈਂਟ ਫਾਰਮੂਲੇਸ ਹੋਣਗੇ ਜਿਸ ਦੇ ਅਕੋਰਡਿੰਗ ਕਰਦੀ ਹੈ। ਇੱਕ ਨੈਕਸਟ ਇਹਨਾਂ ਤੋਂ ਲਿਖੇ ਇਨਵੈਂਟਰੀ ਕਾਊਂਟਿੰਗ ਸਿਸਟਮ। ਇਨਵੈਂਟਰੀ ਦਾ ਜਿਹੜਾ ਕਾਊਂਟਿੰਗ ਸਿਸਟਮ ਹੈ, ਕਹਿੰਦਾ ਹਰ ਇੱਕ ਕੋਈ ਕੰਪਨੀ ਆਪਣੇ ਹਿਸਾਬ ਨਾਲ ਹੀ ਚੱਲਦੀ ਹੈ, ਕੋਈ ਜ਼ਰੂਰੀ ਨਹੀਂ ਕਿ ਹਰ ਇੱਕ ਕੰਪਨੀ ਕੋਈ ਇੱਕ ਰੂਲ ਦੇ ਅਕੋਰਡਿੰਗ ਹੀ ਚੱਲਦੀ ਹੋਊਗੀ। ਇਨਵੈਂਟਰੀ ਕਰਨ ਲਈ ਨੰਬਰ ਆਫ ਫਾਰਮੂਲਾਜ਼ ਨੇ, ਕੋਈ ਸਿੰਗਲ ਫਾਰਮੂਲਾ ਨਹੀਂ ਹੈ ਕੰਪਨੀ ਯੂਜ਼ ਕਰਦੀ ਹੈ। ਸਭ ਤੋਂ ਪਹਿਲਾਂ ਅਸੀਂ ਕੁਝ ਫਾਰਮੂਲੇ ਅਗਰ ਨੋਟ ਕਰੀਏ, ਕੁਐਸਚਨ ਅਗਰ ਆਊਗਾ ਤਾਂ ਡਿਫਰੈਂਟ ਮੈਥਡ ਆਫ ਇਨਵੈਂਟਰੀ ਆ ਸਕਦਾ ਹੈ ਜਾਂ ਫਿਰ ਫਾਰਮੂਲਾਜ਼ ਆਫ ਇਨਵੈਂਟਰੀ ਆ ਸਕਦੇ। ਸਭ ਤੋਂ ਪਹਿਲਾਂ ਮੈਥਡ ਸਾਡੇ ਕੋਲ ਆਉਂਦਾ ਹੈਗਾ ABC ਐਨਾਲਿਸਿਸ, ਜਿਹਨੂੰ ਅਸੀਂ ਐਕਟੀਵਿਟੀ ਬੇਸਡ ਕੋਸਟਿੰਗ ਵੀ ਕਹਿ ਸਕਦੇ। ਮੋਸਟਲੀ ਕੰਪਨੀ ਕਹਿੰਦੇ ਜ਼ਿਆਦਾਤਰ ਕੰਮ ਕਰਦੀਆਂ ਨੇ, ਤਾਂ ਇਹਦੇ ਉੱਪਰ ਹੀ ਕੰਮ ਕਰਦੀਆਂ ਨੇ। ਆਪਣੀ ਗੁੱਡਸ ਨੂੰ 3 ਕੈਟਾਗਰੀ ਦੇ ਵਿੱਚ ਡਿਵਾਈਡ ਕਰਦੀਆਂ, ABC। ਆਲਵੇਸ ਹੀ ਕੰਪਨੀ ਕੋਲ ਜਿਹੜੀਆਂ ਗੁੱਡਸ ਹੋਣਗੀਆਂ, ਦਸ ਤੋਂ 20% ਕੰਪਨੀ ਕੋਲ ਆਲਵੇਸ ਹੁੰਦੀਆਂ ਨੇ ਇਹ ਗੁੱਡਸ ਸਟਾਕ ਦੇ ਵਿੱਚ। ਇਹਦੇ ਉੱਪਰ ਜਿਹੜੀ ਕੰਪਨੀ ਦੀ ਕੀਮਤ ਲੱਗਦੀ ਹੈਗੀ ਹੈ ਉਹ 70 ਤੋਂ 80% ਤੱਕ ਲੱਗਦੀ ਹੈ। ਜਦੋਂ ਵੀ ਕੰਪਨੀ ਇਨਵੈਂਟਰੀ ਕਰਦੀ ਹੈ, ਹਰ ਇੱਕ ਕੰਪਨੀ ਇਨਵੈਂਟਰੀ ਦੇ ਵਿੱਚ ਇਹ ਰਿਪੋਰਟ ਰੱਖ ਲੈਂਦੀਆਂ ਨੇ ਵੀ ਇਹ ਕੈਟਾਗਰੀ 'ਚ ਉਹ ਗੁੱਡਸ ਹੋਣਗੀਆਂ ਜਿਹਦੇ ਵਿੱਚ ਕੰਪਨੀ ਕੋਲ ਆਲਵੇਸ 10 ਤੋਂ 20% ਸਮਾਨ ਹੋਊਗਾ, ਲੇਕਿਨ ਉਹਦੇ ਵਿੱਚ ਕੰਪਨੀ ਦਾ ਜਿਹੜਾ ਪੈਸਾ ਹੈ 70 ਤੋਂ 80% ਤੱਕ ਲੱਗਦਾ ਹੈ। 20 ਕੈਟਾਗਰੀ ਗੁੱਡਸ ਉਹ ਹੋਣਗੀਆਂ ਜਿਹਦੇ ਵਿੱਚ 20 ਤੋਂ 30% ਤੱਕ ਦਾ ਸਮਾਨ ਹੋਊਗਾ, ਔਰ ਉਹਦੇ ਵਿੱਚ ਕੰਪਨੀ ਦੀ ਜਿਹੜੀ ਕੋਸਟ ਹੈ 10 ਤੋਂ 25% ਤੱਕ ਲੱਗਦੀ। ਜਿਹੜਾ 20 ਕੈਟਾਗਰੀ ਸਮਾਨ ਹੁੰਦਾ ਕੰਪਨੀ ਦਾ ਰॉ ਮਟੀਰੀਅਲ ਹੀ ਹੁੰਦਾ, ਮੀਨਸ ਜਿਸ ਨਾਲ ਕੰਪਨੀ ਦੀ ਪਰਮਾਨੈਂਟ ਪ੍ਰੋਡਕਸ਼ਨ ਜੋ ਹੈ ਚੱਲਦੀ ਜਾਵੇ। ਇਹ ਕੈਟਾਗਰੀ ਸਮਾਨ ਉਹ ਹੋਣਗੇ ਜੋ ਜ਼ਿਆਦਾ ਕੀਮਤ ਵਾਲੀ ਗੁੱਡਸ ਹੋਣਗੇ, ਜਿਵੇਂ ਕੋਈ ਮਸ਼ੀਨ ਦੇ ਪਾਰਟਸ ਹੋ ਗਏ, ਜੋ ਕੋਈ ਮਸ਼ੀਨ ਦੇ ਸਾਨੂੰ ਇੱਦਾਂ ਲੱਗਦਾ ਕਿ ਨਟ ਬੋਲਟ ਸਪੈਸ਼ਲੀ ਨੇ ਜਿਸ ਬੇਸ 'ਤੇ ਮਸ਼ੀਨ ਕਦੀ ਵੀ ਸਟਾਪ ਕਰ ਸਕਦੀਆਂ ਨੇ, ਅਗਰ ਨਾ ਹੋਣ ਤਾਂ ਇਹਨਾਂ ਨੂੰ ਆਲਵੇਸ ਘੱਟ ਕੁਆਂਟੀਟੀ ਲੱਗਦੀ ਹੈ। C ਕੈਟਾਗਰੀ ਦੇ ਵਿੱਚ ਗੁੱਡਸ ਉਹ ਹੋਣਗੀਆਂ ਜਿਹੜੀਆਂ ਆਲਵੇਸ ਕੰਪਨੀ ਕੋਲ 30 ਤੋਂ 70% ਹੋਣਗੀਆਂ, ਔਰ ਉਹਦੇ ਵਿੱਚ ਜਿਹਦੀ ਕੀਮਤ ਕੰਪਨੀ ਦੀ ਸਿਰਫ 5 ਤੋਂ 15% ਤੱਕ ਹੀ ਲੱਗਦੀ। ਮਤਲਬ C ਕੈਟਾਗਰੀ ਵਾਲੇ ਗੁੱਡਸ ਸਿੰਪਲ ਵਰਡਸ ਕਹੀਏ ਤਾਂ ਸੇਫ ਕੀਪਿੰਗ ਵਾਲੀ ਗੁੱਡਸ ਹੋਣਗੀਆਂ, ਜਿਹੜੀ ਸਿਰਫ ਇੰਪਲੋਈ ਹੋਣਗੇ, ਉਹਨਾਂ ਦੀ ਸੇਫਟੀ ਲਈ ਕੋਈ ਫਿੰਗਰ ਟਿਪਸ, ਮਾਸਕ, ਆਈ ਗਲਾਸਿਸ, ਹੈਲਮਟ ਜਾਂ ਫਿਰ ਕੋਈ ਹੋਰ ਚੀਜ਼ਾਂ ਹੋਣਗੀਆਂ ਜਿਹੜੀ ਸਾਨੂੰ ਲੱਗਦਾ ਵੀ ਕੰਪਨੀ ਦੇ ਇੰਪਲੋਈਜ਼ ਲਈ ਜ਼ਰੂਰੀ ਨੇ, ਉਹ ਸਾਰੀ ਚੀਜ਼ਾਂ ਹੁੰਦੀਆਂ। ਘੱਟ ਕੀਮਤ ਦੇ ਵਿੱਚ ਇਹ ਸਮਾਨ ਬਹੁਤ ਜ਼ਿਆਦਾ ਬਲਕ ਕੁਆਂਟਿਟੀ ਦੇ ਵਿੱਚ ਆਉਂਦਾ ਹੈ। ਹਰ ਵਾਰ ਕੰਪਨੀ ਜਦੋਂ ਆਰਡਰ ਲਗਾਊਗੀ ਤਾਂ ਇਸ ਚੀਜ਼ ਦਾ ਆਰਡਰ ਹਰ ਵਾਰ ਲਗਾਉਂਦੀ। ਇਹ ਵਾਲਾ ਆਰਡਰ ਵੀ ਨਾਲ ਹਰ ਵਾਰ ਪਲੇਸ ਹੁੰਦਾ, ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਚੀਜ਼ ਅਸੀਂ ਅੱਜ ਮਾਰਨਿੰਗ ਟਾਈਮ 'ਚ ਇਸ ਇੰਪਲੋਈ ਨੂੰ ਦੇ ਦਿੱਤੀ ਉਹ ਸਾਰਾ ਦਿਨ 'ਚ ਇੱਕ ਹੀ ਚੀਜ਼ ਵਰਤੂਗਾ। ਇੱਕ ਟਾਈਮ ਦੇ ਬਹੁਤ ਸਾਰੀ ਚੀਜ਼ਾਂ ਵੀ ਵਰਤ ਸਕਦਾ ਹੈ, ਕੋਈ ਵੀ ਵਾਰ ਸਿੱਟ ਵੀ ਸਕਦੇ ਹਾਂ ਤਾਂ ਸਾਨੂੰ ਵਾਰ ਪੇ ਦੇਣੀਆਂ ਵੀ ਪੈਂਦੀਆਂ। ਇੱਕ ਮੈਥਡ ਦਾ ਕੰਪਨੀ ਦੇ ਵਿੱਚ ਇਹ ਹੈਗਾ ਇਨਵੈਂਟਰੀ ਨੂੰ ਕੰਟਰੋਲ ਕਰਨ ਲਈ। ਹਰੇਕ ਕੰਪਨੀ ਜੋ ਹੈ ਆਪਣੇ ਹਿਸਾਬ ਨਾਲ ਮੈਥਡ ਯੂਜ਼ ਕਰਦੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ HML। ਇਸ ਮੈਥਡ ਨੂੰ ਵੀ ਕੰਪਨੀ ਯੂਜ਼ ਕਰਦੀਆਂ ਹੈਗੀਆਂ ਨੇ। HML ਦਾ ਹੋ ਗਿਆ ਹਾਈ ਵੈਲਿਊ, ਮੀਡੀਅਮ ਵੈਲਿਊ, ਲੋ ਵੈਲਿਊ। ਕੁਝ ਕੰਪਨੀ ਇਸ ਹਿਸਾਬ ਨਾਲ ਵੀ ਚੱਲਦੀਆਂ। ਹਾਈ ਵੈਲਿਊ ਦੇ ਵਿੱਚ ਵੀ ਗੁੱਡਸ ਰੱਖ ਲੈਣਗੇ, ਮੀਡੀਅਮ ਵੈਲਿਊ 'ਚ ਵੀ, ਲੋ ਵੈਲਿਊ ਦੇ ਵਿੱਚ। ਹਾਈ ਵੈਲਿਊ ਹੋਣਗੀਆਂ ਉਹੀ ਸੇਮ A ਕੈਟਾਗਰੀ ਵਾਲੀ ਗੁੱਡਸ, ਮੀਡੀਅਮ ਵੈਲਿਊ ਹੋ ਗਈਆਂ ਸਾਡੇ ਕੋਲ B ਕੈਟਾਗਰੀ ਵਾਲੀ, ਲੋ ਵੈਲਿਊ ਵਾਲੀ ਹੋ ਗਈਆਂ C ਕੈਟਾਗਰੀ ਵਾਲੀ ਗੁੱਡਸ। ਕੰਪਨੀ ਇਸ ਹਿਸਾਬ ਨਾਲ ਵੀ ਚੱਲਦੀਆਂ ਨੇ। ਇਸ ਤੋਂ ਇਲਾਵਾ ਮੈਥਡ ਜਿਹੜਾ ਯੂਜ਼ ਹੁੰਦਾ ਹੈ VED ਐਨਾਲਿਸਿਸ। VED ਐਨਾਲਿਸਿਸ ਅਸੀਂ ਕਹਿ ਸਕਦੇ ਹਾਂ ਵਾਈਟਲ, essential, ਡਿਜ਼ਾਇਰੇਬਲ। ਵਾਈਟਲਸ ਹੋ ਗਈਆਂ ਜਿਹੜੀਆਂ ਕੰਪਨੀ ਨੇ ਬਹੁਤ ਜ਼ਿਆਦਾ ਕੀਮਤ ਵਾਲੀਆਂ ਗੁੱਡਸ ਨੇ, ਕੰਪਨੀ ਉਹਨਾਂ ਨੂੰ ਲੱਗਦਾ ਰਿਕਾਰਡ ਰੱਖੇਗੀ। ਇਸੈਂਸ਼ੀਅਲ ਜਿਸ ਤੋਂ ਬਿਨਾਂ ਕੰਪਨੀ ਚੱਲ ਹੀ ਨਹੀਂ ਸਕਦੀ, ਰॉ ਮਟੀਰੀਅਲਸ ਹੋ ਗਏ ਸਾਡੇ ਉਹ ਹੋ ਗਏ। ਡਿਜ਼ਾਇਰੇਬਲ ਸੇਮ ਸੇਫਟੀ ਵਾਲਾ ਸਮਾਨ ਹੋ ਗਿਆ, ਕੰਪਨੀ ਨੂੰ ਰੱਖਣਾ ਪੈਂਦਾ ਹੈ, ਇੰਪਲੋਈ ਦੀ ਆਪਣੀ ਇੱਛਾ ਹੁੰਦੀ ਹੈ ਉਹਨੂੰ ਯੂਜ਼ ਕਰਨਾ ਹੈ,
ਜਾਂ ਨਹੀਂ ਕਰਨਾ, ਉਹ ਆਪਣੇ EMPLOYEES ਆਪਣੇ ਹਿਸਾਬ ਨਾਲ ਹੀ ਦੇਖ ਕੇ ਚੱਲਣਗੇ। ਉਸ ਤੋਂ ਇਲਾਵਾ ਸਾਡੇ ਕੋਲ ਮੈਥਡ ਇਹਨਾਂ ਨੇ ਲਿਖਿਆ ਹੈਗਾ FSN। ਇਹ ਮੈਥਡ ਵੀ ਕੰਪਨੀ ਯੂਜ਼ ਕਰਦੀਆਂ ਨੇ। FSN ਹੋ ਗਿਆ ਫਾਸਟ ਮੂਵਿੰਗ, स्लो मूविंग, लास्ट हो गया नॉन मूविंग। ये वाला जो मैथड है फास्ट मूविंग हो गया C कैटेगरी वाली गुड्स, स्लो मूविंग हो गई B कैटेगरी वाली गुड्स, नॉन मूविंग हो गई B कैटेगरी गुड्स। क्योंकि कंपनी होंदियां नहीं लेकिन बार बार तो नहीं मशीन खराब होंगी, बार बार मशीन के पार्ट्स यूज़ नहीं करे जाते हैं। इस तो इलावा एक मैथड गोल्फ मैथड भी गोल्फ मैथड इन्होंने गवर्नमेंट अपॉर्चुनिटी फ्लो मैथड का कुछ लिखा है, मे भी शायद बुक से लिखा भी है ना लिखा भी। गोल्फ मैथड जो है कंपनी कहना अपने हिसाब नाल यूज़ करती है। 4 कैटेगरी समान रखते हैं। एक तो पहले गवर्नमेंट सप्लाई, नॉर्मल अवेलेबल, लोकल अवेलेबल एंड इंटरनेशनल सोर्स ऑफ सप्लाई। लेकिन मतलब जो गोल्फ है ये वर्डिंग सेम नाल मतलब जो फर्स्ट लैटर है उसके अकॉर्डिंग नहीं बनाया हुआ, पहले ही लिखा हुआ है भी गवर्नमेंट सप्लाई हो सकती है, दूसरा नॉर्मल अवेलेबिलिटी, थर्ड है लोकल अवेलेबिलिटी, फोर्थ है थोड़े को इंटरनेशनल सोर्स ऑफ सप्लाई। किहड़ा समान सानू कितों आना है उसके बेस पर भी कंपनी इन्वेंट्री करदियां ने। अगर उन्हें लगता है कोई समान गवर्नमेंट तो आना तो मे भी लॉन्ग टाइम लग सकता है, लोकल मिलना तो जल्दी मिलने वाला होगा, इंटरनेशनल बेस्ड आना तो वह भी लॉन्ग टाइम होगा। तो उसके अकॉर्डिंग भी इन्वेंट्री करते हैं। जो समान लॉन्ग टाइम लिए उन्होंने पहला ऑर्डर लगा दो, जो जल्दी मिल सकता है उन्होंने आराम नाल ऑर्डर लगा लेंगे तो टाइम साडा बच सकता है। एक कहते हैं SOS एनालिसिस, ये एनालिसिस भी कंपनियां यूज करती हैं। ऐसा असीं कह सकते हैं सीजनल जोड़ा OS हो गया ऑफ सीजनल साढ़े कोल भी मैथड हो सकते, साढ़े कोल लैवल असीं यूज़ कर सकते हैं। सीजनल आइटम्स कह सकते हैं जिन्होंने। OS हो गया ऑफ सीजनल आइटम्स। कंपनी इस अकॉर्डिंग भी इन्वेंट्री अपनी कंपनी के विच करके चलती है। इस डिफरेंट टेक्नीक्स तो इलावा कंपनी इन्वेंट्री करने लई स्टॉक नूं अलग अलग मैथड भी होर भी यूज़ करनगे। देखो ये प्रैक्टिकल क्वेश्चन वैसे बुक दे विच नहीं है लेकिन ये मैथड सानू फिर भी पता होना चाहिए। FIFO 4 मैथड भी कंपनियां यूज़ करदियां ने। जिमें जिमें साडे कोल स्टॉक आएगा असीं इहनूं उस तरह ही यूज़ करते चले जावांगे। FIFO हो गया फर्स्ट इन फर्स्ट आउट। जिहड़ा समान पहला आ रहा है उन्होंने फर्स्ट पहला बाद फिर साडे कोल रिकॉर्ड प्रॉपर रहूगा। जिहड़ा समान नवा आया हुआ तो बिल के अकॉर्डिंग असीं चेक कर सकते हैं। लास्ट इन फर्स्ट आउट, हाईएस्ट इन फर्स्ट आउट, वेटेड एवरेज फर्स्ट आउट। जो समान आ रहा होगा वेटेड एवरेज के अकॉर्डिंग असीं यूज़ कर सकते हैं। इस तो इलावा इकनॉमिक ऑर्डर क्वांटिटी ये वाला मैथड भी कंपनियां यूज़ करती हैं ने। इसका जो फॉर्मूला है 2ASC, 2 का मीनिंग हो गया, 2 भी हो गया, ए का मीनिंग हो गया एनुअल यूसेज, एस का मतलब हो गया स्टोरेज कॉस्ट, सी का मतलब हो गया कैरिंग कॉस्ट। मतलब जो साढ़े कोल समान है पूरे साल का सानू कितना चाहिए वो आंसर होना चाहिए। समान को संभाल के रखने लई जी स्टोरेज कॉस्ट है वो कितनी है, प्लस इन्वेंट्री करने लई सानू कैरिंग कॉस्ट कितनी करनी पैंदी है वो अगर तुम डिवाइड करोगे थोड़े को जो आंसर आएगा कंपनी उसके अकॉर्डिंग भी ऑर्डर लगा सकती है। इस दे ऊपर भी कंपनीज काम करदियां ने इन्वेंट्री दे लई। इस तो इलावा इन्वेंट्री दे विच होर भी मैथड यूज होंदे ने। वेरियस स्टॉक लैवल कंपनी दे ऊपर भी काम करदियां ने। डिफरेंट स्टॉक लैवल भी मेनटेन करदियां अपने इन्वेंट्री दे विच। उन्होंने लगता है कि असीं ऑर्डर जो लगाइए तो उसके अकॉर्डिंग ऑर्डर लगा सकते हैं। सब तो पहला जो ऑर्डर कैलकुलेट होता है भी ऑर्डर लैवल, ये लैवल मेनटेन करके रखती हैं कंपनी। लगता है कि हर बार सानू जो ऑर्डर लगाना है तो इन्ने पीस का ऑर्डर असीं लगाइए। बुक के नहीं है, सिर्फ प्रैक्टिकल के दिता हुआ है। लास्ट जो रिव्यू क्वेश्चन से जाने उत्थे क्वेश्चन पूछा हुआ भी री ऑर्डर लैवल का फॉर्मूला की है, इदा का क्वेश्चन पूछा हुआ है। मे भी तुम्हें इदा का क्वेश्चन आऊगा फॉर्मूला पता होगा तो ही असं नंबर लै सकते हैं। हो सकता है कि प्रैक्टिकल बेस पर तुम्हें क्वेश्चन दे दें। थोड़ी बुक के पेज नंबर 1 to 4 के उपर लिखे लास्ट के रिव्यू क्वेश्चन दिता हुआ उन्होंने कि थोड़ा री ऑर्डर लैवल का एक्चुअल जो फॉर्मूला की है पूछा ना।
ਜਦੋਂ ਵੀ ਕੋਈ ਕੰਪਨੀ ਡਿਫਰੈਂਟ ਟਾਈਪਸ ਆਫ ਵੇਰੀਅਸ ਜਿਹੜੇ ਆਰਡਰ ਲੈਵਲ ਨੇ ਉਹਨਾਂ ਨੂੰ ਅਗਰ ਯੂਜ਼ ਕਰਨ ਜਾਊਗੀ ਤਾਂ ਰੀਆਰਡਰ ਲੈਵਲ ਦਾ ਫਾਰਮੂਲਾ ਦੇਖੋ, ਮੈਕਸਿਮਮ ਯੂਸੇਜ ਮਲਟੀਪਲਾਈ ਬਾਈ ਮੈਕਸਿਮਮ ਲੀਡ ਟਾਈਮ। ਇਸ ਦਾ ਫਾਰਮੂਲਾ ਹੈ। ਕੰਪਨੀ ਅਗਰ ਰੀਆਰਡਰ ਲੈਵਲ ਕੈਲਕੂਲੇਟ ਕਰਨ ਜਾਊਗੀ ਤਾਂ ਉਹਨੂੰ ਪਤਾ ਹੋਊਗਾ ਕਿ ਸਾਡੀ ਕੰਪਨੀ ਦੀ ਮੈਕਸਿਮਮ ਯੂਸੇਜ ਕਿੰਨੀ ਹੈ। ਸਾਨੂੰ ਪਹਿਲਾਂ ਹੀ ਕੁਐਸਚਨ ਦੇ ਵਿੱਚ ਦਿੱਤਾ ਹੋਊਗਾ ਕਿ ਤੁਹਾਡੀ ਮੈਕਸਿਮਮ ਯੂਸੇਜ ਇੰਨੀ ਹੈ, ਮਿਨੀਮਮ ਯੂਸੇਜ ਇੰਨੀ ਹੈ, ਨਾਰਮਲ ਯੂਸੇਜ। ਤਾਂ ਰੀਆਰਡਰ ਲੈਵਲ ਦਾ ਫਾਰਮੂਲਾ ਹੈਗਾ ਜਿੰਨੀ ਕੰਪਨੀ ਦੇ ਵਿੱਚ ਮੈਕਸਿਮਮ ਹਰ ਵਾਰ ਯੂਸੇਜ ਹੁੰਦੀ ਹੈ ਉਹਨੂੰ ਮਲਟੀਪਲਾਈ ਕਰ ਦਾਂਗੇ ਮੈਕਸਿਮਮ ਲੀਡ ਟਾਈਮ। ਲੀਡ ਟਾਈਮ ਦਾ ਮਤਲਬ ਹੁੰਦਾ ਜਦੋਂ ਕੋਈ ਕੰਪਨੀ ਆਰਡਰ ਲਗਾਊਗੀ ਸਮਾਨ ਆਉਣ ਦੇ ਵਿੱਚ ਜਿੰਨਾ ਟਾਈਮ ਲੱਗਣਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲੀਡ ਟਾਈਮ। ਮੰਥਲੀ ਦਾ ਕੁਆਟਰਲੀ ਕੰਪਨੀ ਆਪਣੇ ਹਿਸਾਬ ਨਾਲ ਡਿਸਾਈਡ ਕਰਦੀ, ਮੇ ਬੀ ਐਨੂਅਲੀ ਦੇ ਬੇਸ 'ਤੇ ਵੀ ਲੱਗ ਸਕਦੀ ਹੈ, ਅਗਰ ਕੁਆਟਰਲੀ ਬੇਸ 'ਤੇ ਤਾਂ ਕੁਆਟਰਲੀ ਬੇਸ 'ਤੇ ਉਹ ਡਿਸਾਈਡ ਕਰੂਗੀ ਕੰਪਨੀ ਨੇ ਆਪਣੇ ਅਕੋਰਡਿੰਗ ਜਿਵੇਂ ਵੀ ਉਹਨਾਂ ਨੇ ਆਰਡਰ ਸੈਟਅਪ ਕੀਤਾ। ਠੀਕ ਹੈ, ਫਸਟ ਰੀਆਰਡਰ ਲੈਵਲ। ਇਸ ਤੋਂ ਬਾਅਦ ਤੁਹਾਡਾ ਜਿਹੜਾ ਆਰਡਰ ਲੈਵਲ ਕੈਲਕੂਲੇਟ ਹੁੰਦਾ ਹੈਗਾ ਮਿਨੀਮਮ ਆਰਡਰ ਲੈਵਲ। ਕੰਪਨੀ ਸੈਕਿੰਡ ਆਰਡਰ ਜਿਹੜਾ ਕੈਲਕੂਲੇਟ ਕਰਦੀ ਹੈ ਕਿ ਮਿਨੀਮਮ ਆਰਡਰ ਲੈਵਲ। ਉਹਨਾਂ ਨੂੰ ਲੱਗਦਾ ਹੈ ਕਿ ਬਾਈ ਦਾ ਵੀ ਅਸੀਂ ਰੀਆਰਡਰ ਦੇ ਵਿੱਚ ਸਮਾਨ ਨਹੀਂ ਮੰਗਾਉਣਾ ਚਾਹੁੰਦੇ ਤਾਂ ਜਦੋਂ ਵੀ ਆਰਡਰ ਲਗਾਵਾਂਗੇ ਘੱਟੋ ਘੱਟ ਜਿਹੜੇ ਇਹਦੇ ਵਿੱਚ ਪੀਸ ਆਣਗੇ ਉਨੇ ਹੀ ਅਸੀਂ ਆਰਡਰ ਲਗਾਉਂਦੇ ਚਲਾਵਾਂਗੇ। ਰੀਆਰਡਰ ਲੈਵਲ ਮਿਨੀਮਮ ਦਾ ਆਰਡਰ ਦਾ ਫਾਰਮੂਲਾ ਹੈਗਾ ਰੀਆਰਡਰ ਲੈਵਲ। ਤੁਸੀਂ ਰੀਆਰਡਰ ਲੈਵਲ ਕੈਲਕੂਲੇਟ ਕੀਤਾ ਹੋਊਗਾ ਉਹ ਇੱਥੇ ਆਊਗਾ ਮਾਈਨਸ normal usage multiply by normal lead time। ਜਦੋਂ ਸਾਨੂੰ ਕੁਐਸਚਨ ਆਊਗਾ ਤਾਂ ਤਿੰਨ ਚੀਜ਼ਾਂ ਦਿੱਤੀਆਂ ਹੋਣਗੀਆਂ ਮੈਕਸਿਮਮ ਯੂਸੇਜ, ਮਿਨੀਮਮ ਯੂਸੇਜ, ਨਾਰਮਲ ਯੂਸੇਜ। ਕੰਪਨੀ ਨੂੰ ਲੱਗਦਾ ਕਿ ਨਾਰਮਲ ਇੰਨਾ ਸਮਾਨ ਤਾਂ ਅਸੀਂ ਯੂਜ਼ ਕਰਦੇ ਹੀ ਹਾਂ। ਨਾਰਮਲ ਲੀਡ ਟਾਈਮ ਹੁੰਦਾ, ਮੰਨ ਲਓ ਤੁਹਾਡੇ ਕੋਲ ਲੀਡ ਟਾਈਮ ਲਿਖਿਆ ਗਿਆ 2 ਤੋਂ 4, ਇਹਦਾ ਮਤਲਬ ਹੋ ਗਿਆ ਮੈਕਸਿਮਮ ਲੀਡ ਟਾਈਮ 4 ਹੈ, ਮਿਨੀਮਮ 2 ਹੈ, ਨਾਰਮਲ ਨਹੀਂ ਦਿੱਤਾ ਹੋਇਆ ਤਾਂ ਦੋਨਾਂ ਨੂੰ ਪਲੱਸ ਕਰਕੇ ਡਿਵਾਈਡ ਕਰ ਦਾਂਗੇ 2 ਦੇ ਨਾਲ ਹੀ ਤਾਂ ਸਾਡੇ ਕੋਲ ਨਾਰਮਲ ਆ ਜਾਏਗਾ। ਮਤਲਬ ਐਵਰੇਜ ਜੋ ਲੀਡ ਟਾਈਮ ਹੋਏਗਾ ਉਹਨੂੰ ਅਸੀਂ ਕਹਿੰਦੇ ਹੈਗੇ ਨਾਰਮਲ ਲੀਡ ਟਾਈਮ। ਇਹਦਾ ਫਾਰਮੂਲਾ ਹੈਗਾ ਮਿਨੀਮਮ ਆਰਡਰ ਲੈਵਲ ਦਾ। ਥਰਡ ਇੱਕ ਸਾਡੇ ਕੋਲ ਫਾਰਮੂਲਾ ਹੈਗਾ ਇਹਦੇ ਵਿੱਚ ਹੀ ਮੈਕਸਿਮਮ ਆਰਡਰ ਲੈਵਲ। ਮੈਕਸਿਮਮ ਆਰਡਰ ਲੈਵਲ ਕੈਲਕੂਲੇਟ ਕਰਨਾ ਹੈ ਤਾਂ ਇਹਦਾ ਫਾਰਮੂਲਾ ਸਾਡੇ ਕੋਲ ਹੈਗਾ ਰੀਆਰਡਰ ਲੈਵਲ ਪਲੱਸ ਰੀਆਰਡਰ ਕੁਆਂਟੀਟੀ ਮਾਈਨਸ minimum usage multiply by minimum lead time। जिन्ना थोड़ा रीऑर्डर लेवल आया होगा प्लस थोड़े को क्वेश्चन दे विच रीऑर्डर क्वांटिटी भी दी होगी माइनस कर दोगे मिनिमम यूसेज मल्टीप्लाई बाय मिनिमम लीड टाइम। लास्ट एक आंदा हैगा एवरेज लेवल। एवरेज लेवल थोड़ा होएगा मिनिमम लेवल प्लस मैक्सिमम लेवल डिवाइड बाय। ये 4 फॉर्मूले ਤੁਹਾਨੂੰ ਆਣਗੇ। ਬਾਈ ਦਾ ਵੀ ਪ੍ਰੈਕਟੀਕਲ ਕੁਐਸਚਨ 10 ਨੰਬਰ ਦਿੰਦੇ ਨੇ ਤੇ ਚਾਰੋਂ ਹੀ ਸਾਨੂੰ ਇਸੇ ਸੀਰੀਅਲ ਅਕੋਰਡਿੰਗ ਦੇ ਵਿੱਚ ਕੱਢਣੇ ਪੈਣਾ। ਪਹਿਲਾ ਹਮੇਸ਼ਾ ਰੀਆਰਡਰ ਲੈਵਲ ਕਿਉਂਕਿ ਰੀਆਰਡਰ ਲੈਵਲ ਨਹੀਂ ਕੈਲਕੂਲੇਟ ਕਰੋਗੇ ਤਾਂ ਮੇ ਵੀ ਬਾਕੀ ਵੀ ਨਹੀਂ ਕੈਲਕੂਲੇਟ ਹੋਣਾ। ਤੁਹਾਨੂੰ ਉਦਾਂ ਹੀ ਕੁਐਸਚਨ ਦਿੱਤਾ ਹੋਵੇ ਤੁਹਾਨੂੰ ਕਹਿ ਦੇਣਾ ਕਿ मैक्सिमम लैवल कैलकुलेट करो। मैक्सिमम लैवल कैलकुलेट करना था क्वेश्चन दे मिनिमम यूसेज मिनिमम लीड टाइम रीऑर्डर क्वांटिटी दिता होगा रीऑर्डर लैवल फिर भी सानू करना पैना है इस बेस पे भी काम करेगा। प्लस बोला था हाँ जी सारिया कंपनियों के हर एक कंपनी का अपना अपना हिसाब किताब है। अगर तुम किसी कंपनी के स्टोर डिपार्टमेंट के काम करोगे तो मे भी तुम्हें इतने सारा कुछ मिलेगा। स्टोर डिपार्टमेंट के डिफरेंट डिफरेंट शेल्फ्स रेडी करी होंगे किसी कंपनी ने अपने अपने हिसाब से सेटअप किया। जो समान ज़्यादा जरूर संभाल के रखने वाला है वो अलग रखते हैं। जो नॉर्मल यूसेज मैं कहूँ भी सी कैटेगरी वाली गुड्स आप गल की सेफ्टी यूसेज वाली
वो इदां ही पईयां होंदियां बल्क दे विच ਚੱਕ ਚੱਕ ਕੇ ਸਿੱਟੀ चले जाओ जो मर्जी कर सकते। हाँ अगर कंपनी ਨੂੰ लगता है कि प्रॉपर केयर करने की जरूरत है, स्पैशली कोई अच्छी कंपनी ही इन्होंने ऊपर प्रॉपर वर्क करदियां ने। अदरवाइज कोई छोटियां जी कंपनियां ने तो उन्होंने कोई इन्ना फर्क नहीं होंदा, कहते ठीक है जिवें चली जा रहा सानूं कोई प्रॉब्लम नहीं है। तो ये बेस पर अगर कोई प्रैक्टिकल क्वेश्चन करना हो तो लिख लो, एक क्वेश्चन कर लियो। लिखो एक क्वेश्चन के विच तुहाडे कोल हैगा नॉर्मल कंजप्शन, लिखो नॉर्मल कंजम्पशन 300 यूनिट, मार्कर है मार्कर। नॉर्मल कंजप्शन 300 यूनिट्स, मैक्सिमम कंजम्पशन 420 यूनिट्स, नॉर्मल कंजम्पशन 240 यूनिट्स। जो पहले हमने 300 लिखा ना उसको आप नॉर्मल कर लो, मे भी चेंजेस हो जाएगी। तो नॉर्मल जो हमने पहले 3 लिखा ना 300 यूनिट्स, उसको नॉर्मल कंजम्पशन कर लो। नॉर्मल लिखवाया था मैंने, बस ठीक है। उसके बाद मैक्सिमम लिखा है मैंने 420, मिनिमम लिखे 240 यूनिट्स। उसके बाद है रीऑर्डर पीरियड, रीऑर्डर टाइम पीरियड 10 से 15 दिन, 10 से 15 दिन है, 10 to 15। इसमें हम अपने आप ही समझ लेंगे कि जो 15 है मैक्सिमम लीड टाइम है, ये 10 जो है मिनिमम लीड टाइम है। अगर नॉर्मल निकालना है तो हम लोग इन दोनों का डिवाइड करके लेंगे। आगे उसके बाद रीऑर्डर क्वांटिटी 3600 यूनिट्स, नॉर्मल क्वांटिटी या जिसको रीऑर्डर क्वांटिटी भी बोल सकते हैं, 3600 यूनिट्स। जो यहाँ पर हमें जरूरत पड़ेगी रीऑर्डर क्वांटिटी 3600 यूनिट्स की। कैलकुलेट दी वेरियस स्टॉक लेवल, ये डिफरेंट स्टॉक लेवल आपको कैलकुलेट करने हैं। देखिए फॉर्मूले में इसमें वैल्यू पुट करनी है, कर सकते हैं। नेक्स्ट टॉपिक आपके पास है बेसिक ऑफ सप्लाई चेन मैनेजमेंट। सप्लाई चेन मैनेजमेंट एक ऐसी प्रोसेस है जिसमें डिसाइड किया जाता है कि कस्टमर के तक जो सामान जो है किस टाइम पर कैसे पहुंचेगा। कंपनियों में जब रॉ मटेरियल जो भी वेंडर्स होते हैं जो सामान देने वाले होते हैं, उस प्रोसेस से लेके लास्ट में कस्टमर तक जो फाइनल गुड्स हैं उस पहुंचने के पूरे प्रोसेस को सप्लाई चेन मैनेजमेंट ही बोलते हैं। अगर आप इसको किसी ग्राफ में दिखाने बैठोगे तो आप सिर्फ लिख सकते हैं रॉ मटेरियल, फिनिश गुड्स, डिस्ट्रीब्यूटर्स, डिस्ट्रीब्यूटर के बाद कस्टमर्स। इसमें और भी बहुत सारी प्रोसेस आ सकती हैं। डिस्ट्रीब्यूटर के बाद हो सकता है कि लॉजिस्टिक्स, वेयर हाउस, फिर आएंगे कस्टमर। ये डिफरेंट प्रोसेसेस में जब कोई सामान निकल के पहुंच के कस्टमर के पास पहुंचता है, वो पूरी जो सप्लाई है उसको हम सप्लाई चेन मैनेजमेंट बोलते हैं। कोई सिंगल एक कंपनी में ऐसा नहीं होता कि सप्लाई चेन मैनेजमेंट में सिर्फ कोई मैन्युफैक्चरर या फिर डिस्ट्रीब्यूटर ही एक मेन रोल अदा करते हैं कस्टमर तक सामान पहुंचाने के लिए। उसमें लॉजिस्टिक भी साथ में आता है, वेयर हाउस हो गए, ट्रांसपोर्टर्स हो गए, ये सारे पर्सन मिलके कस्टमर तक जब सामान पहुंचाते हैं, इस सारी प्रोसेस को सप्लाई चेन मैनेजमेंट ही बोलते हैं। इस प्रोसेस में परचेजिंग ऑफ रॉ मटेरियल, इन्वेंट्री मैनेजमेंट, इंफॉर्मेशन मैनेजमेंट, क्वालिटी मैनेजमेंट, शेड्यूलिंग मैनेजमेंट, प्रोडक्शन मैनेजमेंट, सारे के सारे डिपार्टमेंट, उसके बाद मार्केटिंग मैनेजमेंट, सारे डिपार्टमेंट मिलके काम करते हैं। और एक ही प्रोसेस में जो हमारे पास फाइनल गुड्स बनती हैं वो कस्टमर तक पहुंचाने का जो काम करते हैं, इस सारे प्रोसेस को सप्लाई चेन मैनेजमेंट ही बोलेंगे। इन्होंने आपके पास लिखा भी है, कंसीडर ए कस्टमर हु कम्स इनटू ए वॉलमार्ट टू बाय डिटर्जेंट, कस्टमर एंड हिज हर रिक्वायरमेंट डिटर्जेंट एट हर स्टेज ऑफ सप्लाई चेन। मान लीजिए कहता है कस्टमर कोई वॉलमार्ट में आया है, उसको ऐसा लगता है कि हमें एक डिटर्जेंट खरीदना है, लेकिन उसकी डिमांड है कि वो जो आप डिटर्जेंट उसको दोगे वो उसके घर के एड्रेस तक पहुँचना चाहिए। तो वॉलमार्ट वाले कहता है उसको फैसिलिटीज़ देंगे, सामान तो उनके पास पहले डिटर्जेंट नहीं है तो लेके आएंगे कहीं ना कहीं से। उसके बाद वो घर पे उसके कैसे पहुंचेगा, बाय कोरियर सर्विसेज या फिर लॉजिस्टिक जा सकता है। हो सकता है कि अगर बाहर किसी कंट्री में जाना तो बाय शिप से भी जा सकता है, हो सकता है कि बाय प्लेन भी जाए। एविएशन स्कीम्स हम लोग यूज़ कर सकते हैं। जिस तरह से भी वो सामान पहुंचेगा, इस सारी प्रोसेस को सप्लाई चेन मैनेजमेंट ही बोलेंगे। आगे आपके पास ये बोल रहे हैं कि पर्पस ऑफ सप्लाई चेन मैनेजमेंट, सप्लाई चेन मैनेजमेंट के करने के पीछे क्या मकसद हो सकते हैं। सबसे पहले डिटरमाइनिंग द राइट लेवल ऑफ आउटसोर्सिंग। हमारे पास आउटसोर्सिंग का मेन लेवल क्या है हमें पहले से ही पता हो जाएगा,
क्योंकि अगर हमारे पास सोर्स ही नहीं है, कहाँ से सामान आएगा कहाँ जाएगा, तो हम लोग क्या कंपनी में काम करेंगे। ये चीज़ें पहले से ही क्लियर होनी चाहिए, तब भी सप्लाई चेन मैनेजमेंट को कंपनी पहले से ही चेक कर लेती है। हम भी किसी कंपनी में काम कर रहे होंगे, मे बी आपको भी वहाँ पता होगा आपका जो सामान है किस तरीके से कहाँ पर कहाँ तक डिलीवर होता है। कंपनी ये तो नहीं है अभी सामान आप ही को दे देती हैं, अभी जाते जाते कस्टमर को बेच के चले जाना। उनके भी अपने प्रोसेस पहले से ही सेटअप हो रखे होते हैं। दूसरा, प्रोसीजर मैनेजमेंट। ये जो सारा काम चलेगा कंपनी में, जो डिफरेंट डिफरेंट लेवल में, इसका प्रोसीजर क्या होगा, कितने टाइम में ये सामान पहुंचेगा और कौन कौन से पर्सन इसमें रिस्पॉन्सिबल होंगे, तो सारी चीज़ों को भी चेकअप करना। मैनेजिंग वेंडर्स, जो भी हमारे पास सामान आएंगे, मैनेजिंग वेंडर कौन से होंगे, जिनसे हमें रॉ मटेरियल आएगा उसको हम लोग कैसे मैनेज करेंगे, क्योंकि उनको भी पेमेंट देनी है। आप जिस बंदे से रॉ मटेरियल खरीदोगे, मे भी उधार में ही खरीदा हो, तो टाइम उनको मैनेज करना जरूरी है कि टाइम पर उनको पेमेंट देना। ये ना हो कि आप लोग प्रोडक्ट बनाने में बहुत टाइम लगा दें, उसके बाद बेचने में बहुत टाइम लगा दें, बंदा पैसे लेने के लिए वेट कर रहा हो, तो उन चीज़ों को मैनेज करना भी ज़रूरी है। कीपिंग ट्रैक ऑफ कस्टमर रिलेशनशिप, कस्टमर के रिलेशनशिप को ट्रैक करना भी ज़रूरी है। आजकल इसके लिए शायद एक सिस्टम RFID है, मे भी मेरे माइंड में जहाँ तक है, इस सिस्टम को यूज़ करते हैं। फुल फॉर्म शायद रिलेशनशिप ऐसे कुछ बेस पे है, मे भी शायद बुक में भी वो देखते हैं। सिस्टम में आजकल हम ट्रैकिंग में रखते हैं, जो सामान कहीं पे जा रहा है ऑनलाइन ट्रैकिंग होती है उस चीज़ की। कोई गाड़ियों में जा रहा है तो गाड़ियों की ट्रैकिंग, कोई गाड़ियाँ कहाँ पर कितनी स्पीड में कैसे पहुँच रही हैं। बाई द वे बाई ट्रेन जा रहा है तो ट्रेन का भी ऑनलाइन ट्रैकिंग है, अभी ट्रेन आज अभी कहाँ पर कहाँ पहुँची है। जब बाई प्लेन जा रहा है तो प्लेन की भी प्रॉपर ट्रैकिंग है, सब चीज़ों की प्रॉपर ट्रैकिंग रखते हैं। इस सिस्टम को बोलते हैं कि हम रिलेशनशिप पे ट्रैक करते चले जाएंगे अपने कस्टमर को रिलेशनशिप में मेंटेन करने के लिए। आप लोग कोई ऑनलाइन सामान मंगा रहे हो, हमें एक ट्रैकिंग नंबर मिल जाता है, आप लोग ट्रैक कर सकते हो कि यहाँ से आपका सामान पैक हो गया, अभी आपका जो कोरियर वाला पर्सन है उसने उठा लिया, फिर आगे लेके आ गया, आउटसोर्स पे आ गया। ये सारा सिस्टम आपके पास चलता रहेगा। अबिलिटी टू रिकॉग्नाइज एंड रिस्पॉन्ड टू द प्रॉब्लम रैपिडली, ये हमारे पास एबिलिटीज़ भी होनी चाहिए। बाय द वे कोई प्रॉब्लम्स आ रही हैं तो उन प्रॉब्लम्स को डील किया जाए, पहले तो समझा जाए प्रॉब्लम्स क्यों आई हैं, उन प्रॉब्लम्स को डील करके उनको सॉल्व किया जाए। इसके लिए भी कस्टमर सप्लाई चेन मैनेजमेंट में कंपनी जो सप्लाई चेन मैनेजमेंट में काम करती है। सप्लाई चेन मैनेजमेंट के कुछ डिसीजंस एरिया हैं, इन्होंने किन किन एरिया के ऊपर काम करना पड़ता है। सबसे पहले इन्होंने लिखा कि सप्लाई चेन स्ट्रेटजी और डिज़ाइन। सप्लाई चेन की डिज़ाइन क्या होगी, आप जो सामान किसी बंदे को भेजने जाओगे तो उसका डिज़ाइन पहले से ही रेडी करना है। कंपनी पहले से ही बना के मेथड बैठी होती है कि हमारे पास जो सामान बनेंगे किस तरीके से वो सामान कस्टमर के पास पहुंचेंगे, ये डिज़ाइन या स्ट्रेटजी पहले से रेडी हो जानी चाहिए। उसके बाद सप्लाई चेन की प्लानिंग का मीनिंग होगा अभी कौन से पर्सन किस किस काम के लिए रिस्पॉन्सिबल होंगे, ये भी चीज़ क्लियर हो जानी चाहिए। हम लोग देखते हैं कई बार कोरियर से सामान मंगाओ तो कोरियर बॉय डिलीवरी नहीं करते, डिलीवर नहीं होता, हम सीधा कंपनी को कॉल करते हैं, हमें क्योंकि कोरियर वालों का तो कुछ पता नहीं होता, तो कंपनी वाले उसमें रिस्पॉन्सिबल पर्सनस को पहले से ही फाइंड कर लेते हैं। तो हमारे अथॉरिटी रिस्पॉन्सिबिलिटी किन किन पर्सन के पास वो क्लियर हो जानी चाहिए। थर्ड है सप्लाई चेन ऑपरेशन। जब आपकी अथॉरिटी रिस्पॉन्सिबिलिटी भी क्लियर होगी तो आप उस प्रोसेस को स्टार्ट कर देंगे कि प्रोडक्ट जो है कंपनी से निकलेगा, निकलने के बाद किन किन स्टेप में कस्टमर के पास पहुंचेगा, वो सारे स्टेप पहले से ही क्लियर आपको कस्टमर को इन्फॉर्मेशन भेज देते हैं। प्रोसेस व्यू ऑफ सप्लाई चेन, जो हमारे पास सप्लाई चेन के प्रोसेस होगा उसका व्यू भी चलता है। दो तरीके से दिखाया कि साइकिलिकल व्यू, बहुत सारी कंपनी ऐसे होती हैं कि साइकिल बना के दिखाते हैं, यहाँ से स्टार्ट हुआ अभी डिफरेंट डिफरेंट स्टेप में आपके पास सामान पहुँचेगा। हो सकता है कि पुश एंड व्यू हो, पुश व्यू में पहला स्टेप, दूसरा स्टेप, तीसरा स्टेप, चौथा स्टेप, इस तरह से भी चलेंगे। या किसी कंपनी में ऐसा होता है ऑर्डर पैक हो गया, कोरियर वालों ने उठा लिया, अभी यहाँ पे चंडीगढ़ में है, चंडीगढ़ से लुधियाना, फिर सानेवाल से NLC आई, तो ये स्टेप भी कंपनियाँ डिफरेंट यूज़ करती हैं कोई भी प्रोडक्ट जो है किसी भी कस्टमर के तक पहुँचाने के लिए। फिर आता है कंसेप्ट ऑफ लॉजिस्टिक का मतलब क्या हो गया, जो सामान ज़रूरी नहीं है कि कंपनी डायरेक्ट कस्टमर के पास पहुँचाएंगे, कई बार हमें लॉजिस्टिक की हेल्प भी लेनी पड़ती है, जिसमें हम बोलेंगे ट्रांसपोर्ट फैसिलिटीज़। बाय शिप भी भेज सकते हैं, बाय एविएशंस भी जा सकते हैं, बाय ट्रेन भी जा सकते हैं, बाय बसेस भी जा सकते हैं, वो गाइड करता है भी, या फिर कोई भी कंपनी जो ट्रांसपोर्टेशन का काम कर रही होगी उनके थ्रू भी आप अपना सामान जो है कस्टमर के पास पहुँचा सकते हैं। लॉजिस्टिक के लिए इन्होंने लिखा हुआ है व्हीकल्स कौन से होंगे, जो इनकमिंग व्हीकल्स होंगे या फिर आउटगोइंग व्हीकल्स होंगे, ये भी डिसाइड कंपनी को करना पड़ता है। कंपनियों में ज़रूरी नहीं होता कि सारा सामान एक ही बार में बाहर ही जाएगा। कई बार कंपनियां सेटअप इस तरह से भी करती हैं कि अगर हम लोग कस्टमर को सामान भेज रहे हैं तो जो रॉ मटेरियल हमारा किसी और साइड से आना है तो वो गाड़ी हमारी घूमते हुए वो रॉ मटेरियल लेके भी आएगी, तो ये सिस्टम भी कंपनी सेटअप करती हैं। फ्रॉम द पॉइंट ऑफ रिसिप्ट ऑफ द पॉइंट ऑफ स्टोरेज, रिसिप्ट स्पेस पे भी कंपनी को काम करना है। अगर हमारी गाड़ियाँ जा रही हैं तो जो हमने स्टोरेज सामान कहीं पे रखा है या वेयर हाउस में रखा है, तो जहाँ पे जाएगा और वहाँ से सामान कोई लेके आना, तो इस चीज़ को भी सेटअप करना। उसके बाद फ्रॉम द स्टोरेज टू कंजम्पशन
जो हमारे पास स्टोरेज में सामान पड़ा है उसको कंजम्पशन लेवल में कैसे यूज़ करवाना है। बहुत सारी कंपनी सामान बना के वेयर हाउस में कोल्ड स्टोर में भेजती हैं, लेकिन बाद में यूज़ करते हैं जब उनको लगता है क्योंकि यूज़ करने का टाइम आ गया। ज़्यादातर जैसे मैं बोलूँ कि खेती बाड़ी का जो सामान है, सब्जी वगैरह होगी, मोस्टली कंपनीज वेयर हाउस में ही रखती हैं या फिर कोल्ड स्टोर में रखती हैं। जब कीमतें बढ़ने लगेंगी तब निकाल के लेके आएंगे मार्केट में से बेचने के लिए, ताकि उनको बेनिफिट हो सके। फ्रॉम द लास्ट एक्शन टू द लास्ट पीस ऑफ स्टोरेज, जो भी हमारा लास्ट एक्शन होगा उस तक का सारा काम जो लॉजिस्टिक में डील करता है, मोस्टली कंपनीज लॉजिस्टिक के ऊपर काम करती हैं। उनके लिए स्पेशल अपनी कोई ना कोई ट्रांसपोर्टर कंपनीज हायर करके रखी होती हैं, जिस बेस पे काम करती हैं। अगर आपका आउट ऑफ स्टेट सामान जा रहा है तो कंपनीज बाय ट्रेन भी यूज़ कर लेती हैं, या फिर आउट ऑफ कंट्री जा रहा है तो बाय शिप या फिर बाय एविएशन या फिर एयरलाइन की तरफ से भी सामान आपका जाता है। जब भी कंपनी को काम करेगी तो देखेंगे शिपमेंट अराइविंग एंड डिपार्टिंग। कंपनी को प्रॉपर रिकॉर्ड होता है कि शिपमेंट हमारे पास कब आएगी और कब जाएगी, इसका प्रॉपर रिकॉर्ड होना ज़रूरी है। उसके बाद एप्लीकेशन ऑफ ये आ गया आपके पास, एप्लीकेशन ऑफ RFID, रेडियो फ्रीक्वेंसी आइडेंटिफिकेशन। इसको ये फुल फॉर्म में इसका ये रेडियो फ्रीक्वेंसी आइडेंटिफिकेशन हमारे पास एक टेक्नोलॉजी है जिससे हम लोग ट्रैक कर सकते हैं अपने मटेरियल को, जो हमने कहीं पर भी भेजा है। क्योंकि हमारे पास डिफरेंट, आपके बुक में लिखा है रेडियो फ्रीक्वेंसी आइडेंटिफिकेशन मेथड। हम अपने सामान को जो भी किसी को शिपमेंट भेज रहे हैं या फिर किसी से आ रही है तो प्रॉपर रेडियो फ्रीक्वेंसी की तरफ से हम लोग ट्रैक कर सकते हैं कि हमारा कहीं पर कहाँ पर सामान पहुँचे। ये भी लॉजिस्टिक में आज के टाइम में यूज़ होना लगा। आज के लिए इतना ही होता है, बाकी ये कर दें।